ਪਹਿਲਾਂ ਤਾਂ ਮੈਂ ਆਰਬੀ ਲਾਈਵ ਵਾਲਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਲੋਕ ਪੱਖੀ ਮੰਗਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਦੇ ਹੈ। ਇਸ ਕਰਕੇ ਮੈਂ ਸਮਝਦਾ ਕਿ ਇੱਕ ਪ੍ਰੈਸ ਦਾ ਬਹੁਤ ਵੱਡਾ ਰੋਲ ਹੈ। 19 ਤਰੀਕ ਨੂੰ ਅਸੀਂ ਵਾਰਡ ਨੰਬਰ 1 ਵੱਲੋਂ ਧਰਨਾ ਦਿੱਤਾ ਸੀ ਤਾਂ ਉਸੇ ਦਿਨ ਹੀ ਪ੍ਰਧਾਨ ਜੀ ਨੇ ਆਰਬੀ ਲਾਈਵ ਤੇ ਹੀ ਬਹੁਤ ਸਾਰੀਆਂ ਏਸੀ ਰੂਮ ਦੇ ਵਿੱਚ ਬਹਿ ਕੇ ਗੱਲਾਂ ਕੀਤੀਆਂ ਸਨ ਕਿ 1 ਕਰੋੜ 45 ਲੱਖ ਰੁਪਏ ਦੇ ਕਰੀਬ ਅਸੀਂ ਵਾਰਡ ਨੰਬਰ 1 'ਚ ਲਾਤਾ ਹੈ। ਤੇ ਅਸੀਂ ਉਸ ਦਿਨ ਸ਼ਾਮ ਨੂੰ ਵਾਰਡ ਨੰਬਰ 1 ਦੀ ਤਸਵੀਰ ਲਾਈਵ ਹੋ ਕੇ ਪੇਸ਼ ਕੀਤੀ ਸੀ। ਅੱਜ 22 ਤਰੀਕ ਹੈ ਅਤੇ ਅੱਜ 23 ਤਰੀਕ ਹੈ ਤੇ ਉਹੀ ਸੜਕ ਜਿਹੜੀ ਅਸੀਂ ਸਿਵਲ ਲਾਈਨ ਦੇ ਵਿੱਚ ਚੌਧਰੀ ਬੇਗ ਚੰਦ ਦੀ ਗਲੀ ਦੇ ਵਿੱਚ ਹੁਣ ਖੜੇ ਹਾਂ। ਆਰਬੀ ਲਾਈਵ ਦੇ ਰੂਬਰੂ ਹੋ ਕੇ ਸਾਰੀਆਂ ਗੱਲਾਂ ਮਾਨਯੋਗ ਪ੍ਰਧਾਨ ਜੀ ਦੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਂਗੇ। ਅੱਜ ਕਮੇਟੀ ਵੱਲੋਂ ਬੰਦੇ ਭੇਜੇ ਗਏ ਹੈ ਔਰ ਉਹਨਾਂ ਦੀ ਜਿਹੜੇ ਲੇਬਰ ਵਾਲੇ ਸਾਥੀ ਭੇਜੇ ਹੈ ਉਹਨਾਂ ਦੀ ਜ਼ਬਾਨੀ ਇਹ ਹੈ ਕਿ ਠੇਕੇਦਾਰ ਤਾਂ ਆਪਦੇ ਬਿੱਲ ਲੈ ਕੇ ਚਲਾ ਗਿਆ। ਇਹ ਸਾਨੂੰ ਕਮੇਟੀ ਵਾਲਿਆਂ ਨੇ ਭੇਜਿਆ ਵੀ ਤੁਸੀਂ ਉਹਨਾਂ ਗਲੀਆਂ ਨੂੰ ਠੀਕ ਕਰੋ ਬਿਨਾਂ ਸੀਮੈਂਟ ਤੋਂ, ਉਹੀ ਪੱਟ ਕੇ ਦੁਬਾਰਾ ਉੱਥੇ ਲਾ ਦਿਓ। ਤੇ ਮੈਂ ਇਸ਼ਾਰਾ ਮੈਂ ਜ਼ਰੂਰ ਕਰਦਾ ਇਸ ਆ ਖੱਡਿਆਂ ਵੱਲ 10 ਥਾਂ ਦੇ ਉੱਤੋਂ ਇੱਕ ਗਲੀ ਦੇ ਵਿੱਚ ਖੱਡੇ ਹੈ। ਮੈਂ ਇਹਨਾਂ ਵੱਲ ਇਸ਼ਾਰਾ ਜ਼ਰੂਰ ਕਰਦਾ ਕਿ ਪ੍ਰਧਾਨ ਜੀ ਜਿਹੜਾ ਤੁਸੀਂ ਵਿਕਾਸ ਕਰਾਇਆ ਹੈ ਉਹ ਵਿਕਾਸ ਦੀ ਜਿੰਦੀ ਜਾਗਦੀ ਮਿਸਾਲ ਤੁਸੀਂ ਆਰਬੀ ਲਾਈਵ ਦੇ ਥਰੂ ਜ਼ਰੂਰ ਦੇਖਿਆ ਜੇ। ਪ੍ਰਧਾਨ ਜੀ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਤਾਂ ਕਦੇ ਵੀ ਅੱਜ ਤੱਕ ਮਿਲੇ ਨਹੀਂ ਤੇ ਮੈਂ ਅਖਬਾਰ ਦੀ ਕਟਿੰਗ ਮੈਂ ਆਪਦੇ ਕੋਲ ਹੀ ਰੱਖੀ ਹੋਈ ਹੈ। ਅਸੀਂ ਦੋਨਾਂ ਵੱਲੋਂ ਮੇਰੀ ਪਤਨੀ ਤੇ ਮੇਰੇ ਵੱਲੋਂ ਆ ਮੰਗ ਪੱਤਰ ਪ੍ਰਧਾਨ ਜੀ ਨੂੰ ਦੇ ਕੇ ਆਏ ਸੀ ਜਿਹਦੇ ਅਸੀਂ ਅਖਬਾਰ ਅਸੀਂ ਨਾਲ ਲਾਉਨੇ ਆ। ਇਸ ਤੋਂ ਬਾਅਦ ਜਿੰਨੀ ਵਾਰੀ ਵੀ 2 ਮੀਟਿੰਗਾਂ ਹੋਈਆਂ, ਜਿੰਨੀ ਵਾਰ ਵੀ ਅਸੀਂ ਗਏ ਕਿਉਂਕਿ ਸਾਨੂੰ ਪਤਾ ਸੀ ਕਿ ਪ੍ਰਧਾਨ ਜੀ ਨੇ ਜ਼ਬਾਨੀ ਕਲਾਮੀ ਗੱਲਾਂ ਦਾ ਇਹਨਾਂ ਨੂੰ ਧਿਆਨ ਭੁੱਲ ਜਾਂਦਾ ਹੈ। ਉਸ ਕਰਕੇ ਜਿੰਨੀ ਵਾਰੀ ਵੀ ਅਸੀਂ ਗਏ ਸਾਰੀ ਡਾਕ ਦੇ ਥਰੂ ਪ੍ਰਧਾਨ ਜੀ ਨੇ ਇੱਕ ਬੜਾ ਵੱਡਾ ਇਲਜ਼ਾਮ ਲਾਇਆ ਸੀ ਜੇ ਗਲੀਆਂ ਟੁੱਟੀਆਂ ਹਨ ਤਾਂ ਫਿਰ ਉਹਦੇ ਬਾਰੇ ਤੁਸੀਂ ਪਹਿਲਾਂ ਉਦੋਂ ਜਾਣਕਾਰੀ ਜਦੋਂ ਗਲੀਆਂ ਬਣੀਆਂ ਉਦੋਂ ਜਾਣਕਾਰੀ ਕਿਉਂ ਨਹੀਂ ਦਿੱਤੀ। ਮੇਰੇ ਕੋਲ ਆ ਲੈਟਰ ਪੱਤਰ ਨੰਬਰ ਤੁਹਾਡੇ ਨਗਰ ਕੌਂਸਲ ਦਾ ਪੱਤਰ ਨੰਬਰ 1342 14/10/2022 ਨੂੰ ਮੈਂ ਲਿਖਤੀ ਤੌਰ ਤੇ 14/10/2021 ਨੂੰ ਮੈਂ ਲਿਖਤੀ ਤੌਰ ਤੇ ਇੱਕ ਲੈਟਰ ਜਿੱਥੇ ਮੰਗਾਂ ਹਨ ਉੱਥੇ ਮੈਂ ਇਸ ਵਾਰਡ ਦੇ ਸਬੰਧ ਵਿੱਚ ਵੀ ਲਿਖ ਕੇ ਦੇ ਕੇ ਆਇਆ ਸੀ। ਉਹ ਮੈਂ ਪੜ੍ਹ ਕੇ ਵੀ ਤੁਹਾਨੂੰ ਸੁਣਾ ਦਿੰਨਾ। ਮੈਂ ਲਿਖਿਆ ਸੀ ਕਿ ਵਾਰਡ ਨੰਬਰ 1 ਦੇ ਸੜਕਾਂ ਦੇ ਜਿਹੜੇ ਅਨੁਮਾਨ ਪਾਸ ਹੋਏ ਹਨ ਉਹਨਾਂ ਦੇ ਵਿੱਚੋਂ ਸਿਵਲ ਲਾਈਨ ਦੀਆਂ ਸਿਰਫ 3 ਨੰਬਰ ਸੜਕਾਂ ਹੀ ਬਣੀਆਂ ਹਨ। ਬਾਕੀ ਕੰਮ ਬੰਦ ਹੈ। ਠੇਕੇਦਾਰ ਨੂੰ ਕਈ ਵਾਰੀ ਕਹਿਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਨਿਕਲਿਆ। ਗਲੀ ਸਿਵਲ ਲਾਈਨ ਦੇ ਗਲੀ ਬੇਗਚੰਦ ਦੀ ਸੜਕ ਬਣੀ ਨੂੰ ਸਿਰਫ 10 ਦਿਨ ਹੀ ਉਹਨਾਂ ਦਿਨਾਂ 'ਚ ਹੋਏ ਸੀ। ਕਈ ਥਾਂ ਤੋਂ ਟੈਲਾਂ ਬੈਠ ਗਈਆਂ ਹਨ ਅਤੇ ਗਲੀ ਦੇ ਵਿੱਚ ਖੱਡੇ ਬਣੇ ਹੋਏ ਹਨ। ਆ 1342 ਨੰਬਰ 14/10/2021 ਨੂੰ ਅਸੀਂ ਇੱਕ ਲੈਟਰ ਦੇ ਥਰੂ ਅਸੀਂ ਜਾਣਕਾਰੀ ਨਗਰ ਕੌਂਸਲ ਨੂੰ ਦੇ ਕੇ ਆਏ ਹਾਂ। ਜੇ ਪ੍ਰਧਾਨ ਜੀ ਆਪ ਹੀ ਆਪਦੇ ਨਗਰ ਕੌਂਸਲ 'ਚ ਗਏ ਲੈਟਰਾਂ ਨੂੰ ਨਾ ਪੜ੍ਹਨ ਤੇ ਉਹਦੇ ਵਿੱਚ ਵਾਰਡ ਨੰਬਰ 1 ਦਾ MC ਦਾ ਜਾਂ ਸਾਡਾ ਕੋਈ ਕਸੂਰ ਨਹੀਂ ਹੈ। ਉਸ ਤੋਂ ਇਲਾਵਾ ਅਸੀਂ ਜਿੰਨੇ ਵੀ ਲੈਟਰ ਦਿੱਤੇ ਹੈ ਪ੍ਰਧਾਨ ਜੀ ਕਹਿੰਦੇ ਵੀ ਸਾਨੂੰ 15 ਅਗਸਤ ਤੋਂ ਬਾਅਦ ਕਦੇ ਅੱਜ ਤੱਕ ਮਿਲੇ ਨਹੀਂ। ਇੱਕ ਮੰਗ ਪੱਤਰ ਅਸੀਂ ਪੱਤਰ ਨੰਬਰ 1260 28/9/2021 ਨੂੰ ਵੀ ਇਹਨਾਂ ਮੰਗਾਂ ਦੇ ਸਬੰਧ ਦੇ ਵਿੱਚ ਪੱਤਰ ਦਿੱਤਾ ਹੈ ਤੇ ਪ੍ਰਧਾਨ ਜੀ ਕਹਿੰਦੇ ਕਦੇ ਮਿਲੇ ਨਹੀਂ ਕਿਉਂਕਿ ਪ੍ਰਧਾਨ ਜੀ ਨੇ ਕਦੇ ਡਾਕ ਪੜ੍ਹੀ ਨਹੀਂ ਕਿਉਂਕਿ 1 ਵਜੇ ਦੇ ਕਰੀਬ ਆਉਂਦੇ ਹੈ। ਉਸ ਤੋਂ ਬਾਅਦ ਆਪਦੇ ਥੋੜਾ ਬਹੁਤਾ ਕੰਮ ਕੀਤਾ ਚਲੇ ਜਾਂਦੇ ਹੈ। ਇਸ ਕਰਕੇ ਯਾਰ ਲਿਖਤੀ ਤੌਰ ਦੇ ਉੱਤੇ ਮੈਂ ਇਹ ਸਾਰੇ ਜਿਹੜੇ ਡਾਕ ਪੱਤਰਾਂ ਰਾਹੀਂ ਦਿੱਤੇ ਹੈ। ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਪੱਤਰ ਮਿਤੀ 9/8/2021 ਨੂੰ 9/8/2021 ਨੂੰ ਆ ਮੇਰੇ ਕੋਲ ਰਸੀਦ ਕਰਾਇਆ ਪੱਤਰ ਜਿਹੜਾ ਅਸੀਂ ਉਹਨਾਂ ਨੂੰ ਦਿੱਤਾ ਹੈ। ਨਗਰ ਕੌਂਸਲ ਦੇ ਵਿੱਚ ਸਾਈਨ ਕਰਾ ਕੇ ਪੱਤਰ ਦਿੱਤਾ ਹੈ। ਉਸ ਤੋਂ ਬਾਅਦ ਇੱਕ ਮੰਗ ਪੱਤਰ ਅਸੀਂ 745 ਨੰਬਰ 17/6/2021 ਨੂੰ ਜਿਹੜਾ ਪ੍ਰਧਾਨ ਜੀ ਕਹਿੰਦੇ ਸਾਨੂੰ ਤਾਂ ਅਜੇ ਤੱਕ ਦਿੱਤੇ ਨਹੀਂ। ਇਹ ਲਗਾਤਾਰ ਲਿਖਤੀ ਮੰਗ ਪੱਤਰ ਹੈ। ਮੈਂ ਦਿਖਾਣਾ ਚਾਹੁੰਦਾ
ਇਹ ਨਗਰ ਕੌਂਸਲ ਦਾ ਦਫ਼ਤਰ ਦਾ ਪੱਤਰ ਨੰਬਰ ਹੈ। ਜੇ ਪ੍ਰਧਾਨ ਜੀ ਨਾ ਪੜਨ ਤਾਂ ਸਾਡਾ ਕਸੂਰ ਨਹੀਂ ਹੈ। ਇਸ ਤੋਂ ਇਲਾਵਾ ਸਟਰੀਟ ਲਾਈਟ ਦੀਆਂ ਜਿਹੜੀਆਂ ਬੰਦ ਗਲੀਆਂ ਜਿਹੜੀਆਂ ਸਟਰੀਟ ਲਾਈਟਾਂ ਬੰਦ ਪਈਆਂ ਮੇਰੇ ਵਾਰਡ 'ਚ, ਉਹ ਵੀ ਅਸੀਂ ਆਹ ਰਸੀਦ ਕਰਾਇਆ ਪੱਤਰ ਹੈ ਜਿੰਦੇ ਵਿੱਚ ਪੋਲ ਨੰਬਰ ਬਕਾਇਦਾ ਤੌਰ ਤੇ ਸਾਰੀ ਵਾਰਡ ਦੇ ਜਿਹੜੇ ਬੰਦ ਪਏ ਉਹ ਸਾਰੇ ਅਸੀਂ ਦਿੱਤੇ ਲਿਖਤੀ ਤੌਰ ਤੇ ਰਸੀਦ ਕਰਾ ਕੇ। ਪਰ ਅਜੇ ਤੱਕ 19 ਤਰੀਕ ਤੋਂ ਪਹਿਲਾਂ ਇੱਕ 18 ਤਰੀਕ ਨੂੰ ਜ਼ਰੂਰ ਮੈਨੂੰ ਮੈਸੇਜ ਆਇਆ ਸੀ, ਕਹਿੰਦੇ ਵੀ ਤੁਹਾਡੀ ਗਲੀਆਂ ਦੇ ਵਿੱਚ ਕਰਨੀ ਹੈ। ਮੈਂ ਉਸ ਤੋਂ ਪਹਿਲਾਂ ਕਈ ਵਾਰ ਸਾਡੇ ਜਿਹੜੇ ਇੱਥੇ ਇਲੈਕਟ੍ਰੀਸ਼ੀਅਨ ਹੈ ਉਹਨਾਂ ਇਲੈਕਟ੍ਰੀਸ਼ੀਅਨ ਸਾਹਿਬਾਨ ਨੂੰ ਜੇਈ ਸਾਹਿਬਾਨ ਨੂੰ ਮੈਂ ਕਈ ਵਾਰੀ ਮਿਲਿਆ। ਉਹਨਾਂ ਦੀ ਇੱਕੋ ਹੀ ਗੱਲ ਸੀ ਕਿ ਸਾਡੀ ਜਦੋਂ ਪ੍ਰਧਾਨ ਜੀ ਹੁਕਮ ਕਰਨਗੇ ਉਦੋਂ ਹੀ ਤੁਹਾਡੀ ਵਾਰੀ ਆਏਗੀ, ਪਹਿਲਾਂ ਨਹੀਂ। ਪਿਛਲੀ 19 ਤਰੀਕ ਦੇ ਉੱਥੇ ਸਮਾਨ ਆਇਆ ਹੈ। ਅਸੀਂ ਜਦੋਂ ਵੀ ਸਟਰੀਟ ਲਾਈਟ ਬੰਦ ਬਾਰੇ ਜਾਣਦੇ ਇੱਕੋ ਜਵਾਬ ਇਹ ਹੁੰਦਾ ਕਿ ਸਾਡੇ ਕੋਲ ਤਾਂ ਸਮਾਨ ਹੈ ਨਹੀਂ। ਜਿਹੜੀ ਮੀਟਿੰਗ 21 ਤਰੀਕ ਨੂੰ ਹੋਈ ਹੈ, 19 ਤਰੀਕ ਦੇ ਧਰਨੇ ਤੋਂ ਬਾਅਦ 21 ਤਰੀਕ ਨੂੰ ਮੀਟਿੰਗ ਹੋਈ ਹੈ, ਉਹ ਮੀਟਿੰਗ ਦੇ ਬਾਰੇ ਹੀ ਜਿਹੜਾ ਉੱਥੇ 15 ਕਰੋੜ ਰੁਪਏ ਦੇ ਕਰੀਬ ਜਿਹੜੇ ਲੋਕਿੰਗ ਟੈਲ ਦੇ ਤੇ ਹੋਰ ਕੰਮ ਜਿਹੜੇ ਉੱਥੇ ਕਹੇ। ਮੈਂ ਬੇਨਤੀ ਇਹ ਕਰਦਾ ਵੀ ਵਾਰਡ ਨੰਬਰ 1 ਵੀ ਫਾਈਲਕਾ ਦੇ ਵਿੱਚ ਹੈ, ਬਾਹਰ ਨਹੀਂ ਹੈ। ਮੈਨੂੰ ਇੱਕ ਪੈਸਾ ਉਸ ਵਾਰਡ ਦੇ ਵਿੱਚ ਵਿਖਾ ਦਿਓ, ਇੱਕ ਪੈਸਾ ਉਹਨਾਂ ਮਤਿਆਂ ਦੇ ਵਿੱਚ ਵਿਖਾ ਦਿਓ ਵੀ ਵਾਰਡ ਨੰਬਰ 1 ਦੇ ਵਿੱਚ ਕਿਹੜਾ ਕੰਮ ਇੱਕ ਵੀ ਦਿਖਾ ਦੇਣ ਤੇ ਮੈਂ ਉਸ ਗੱਲ ਦਾ ਦੇਣੇਦਾਰ ਹੋਊਂਗਾ। ਇਸ ਤੋਂ ਪਹਿਲਾਂ ਪ੍ਰਧਾਨ ਜੀ ਨੇ ਕਿਹਾ ਵੀ 1 ਕਰੋੜ 35 ਲੱਖ ਰੁਪਏ ਦਾ 1 ਕਰੋੜ 45 ਲੱਖ ਰੁਪਏ ਦਾ ਅਸੀਂ ਕੰਮ ਕਰਾਤਾ, ਜਿਨ੍ਹਾਂ ਵਿੱਚੋਂ 80 ਲੱਖ ਕਰੀਬ ਦਾ ਕੰਮ ਕੰਪਲੀਟ ਹੋ ਸਕਦਾ ਹੈ, ਹੋ ਗਿਆ। ਆਹੀ ਕੰਮ ਕੰਪਲੀਟ ਹੈ ਪ੍ਰਧਾਨ ਜੀ ਜਿਹੜਾ ਅਸੀਂ ਅੱਜ ਦਿਖਾ ਰਹੇ ਹਾਂ। ਦੂਸਰੀਆਂ ਗਲੀਆਂ ਵੀ ਮੈਂ ਦਿਖਾਣ ਜਾਵਾਂਗਾ, ਦੂਸਰੀਆਂ ਗਲੀਆਂ ਵੀ ਮੈਂ ਦਿਖਾਣ ਜਾਵਾਂਗਾ ਜਿਹੜੀਆਂ ਗਲੀਆਂ ਦੇ ਤੁਸੀਂ ਹੋ ਸਕਦਾ ਉਹਨਾਂ ਦੇ ਬਿੱਲ ਦੇਤੇ ਜਾਂ ਨਹੀਂ ਦੇਤੇ, ਕਿਉਂਕਿ ਤੁਸੀਂ ਤਾਂ ਕਦੇ ਗਲੀ ਦੇ ਵਿੱਚ ਆਏ ਨਹੀਂ। ਤੁਸੀਂ ਤਾਂ ਏਸੀ ਰੂਮਾਂ ਦੇ ਵਿੱਚ ਬੈਠ ਕੇ ਔਰ ਜਿੰਨੇ ਮਰਜ਼ੀ ਲਾਈਵ ਹੋ ਕੇ ਕਹਿ ਲਓ, ਲੋਕਾਂ ਨੂੰ ਸਾਰਾ ਪਤਾ ਹੈ ਵੀ ਵਾਰਡ ਨੰਬਰ 1 ਦੇ ਐਮਸੀ ਲੋਕਾਂ ਕੋਲ ਪਹੁੰਚਦੇ ਜਾਂ ਨਹੀਂ ਪਹੁੰਚਦੇ। ਇਸ ਤੋਂ ਬਾਅਦ ਜਿਹੜੀਆਂ ਗਲੀਆਂ ਦੀ ਤੁਸੀਂ ਗੱਲ ਕਰਦੇ ਜੇ, ਸਾਡੀ ਗਲੀ ਸੁਨੀਲ ਸਿਵਲ ਲਾਈਨ ਦੇ ਵਿੱਚ ਸੁਨੀਲ ਐਸਡੀਓ ਦੀ ਹੈ, ਉਹ ਗਲੀ ਹੁਣ ਕੰਪਲੀਟ ਕੀਤੀ। ਉਹਦੇ ਵਿੱਚ ਅਜੇ ਵੀ ਬਜਰੀ ਸੀਮੈਂਟ ਪਿਆ ਔਰ ਉਹਦੀ ਹਾਲਾਤ ਵੀ ਮੈਂ ਪੱਤਰਕਾਰ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਵੀ ਉਹ ਵੀ ਜ਼ਰੂਰ ਜਾ ਕੇ ਦੇਖਿਆ ਜੇ। ਗਲੀ ਮੇਘਰਾਜ ਜਿਨ੍ਹਾਂ ਬਾਰੇ ਪ੍ਰਧਾਨ ਜੀ ਨੇ ਕਿਹਾ ਸਾਡੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਹੀ ਲੱਗੀ ਹੈ, ਉਹ ਗਲੀ ਸਿਰਫ ਅੱਧੀ ਹੀ ਬਣੀ ਹੈ। ਤੁਸੀਂ ਮੇਘਰਾਜ ਦਾ ਘਰ ਚੱਲ ਕੇ ਮੈਂ ਦਿਖਾਵਾਂਗਾ ਮੇਰੇ ਮੇਘਰਾਜ ਦੀ ਗਲੀ ਘਰ ਦੇ ਅੱਗੋਂ ਗਲੀ ਬਣੀ ਹੈ ਕਿ ਨਹੀਂ। ਉਹ ਗਲੀ ਦੇ ਵਿੱਚ ਅਜੇ ਵੀ ਉਵੇਂ ਖੱਡੇ ਪਏ ਹੈ, ਕੋਈ ਗਲੀ ਉਹ ਅਜੇ ਤੱਕ ਨਹੀਂ ਬਣੀ। ਇੱਕ ਗਲੀ ਚਮਕੌਰ ਪਟਵਾਰੀ ਵਾਲੀ ਗਲੀ ਹੈ, ਹਾਫ ਗਲੀ ਉਹ ਹੁਣ ਕੰਪਲੀਟ ਅਜੇ ਤੱਕ ਵੀ ਹੁੰਦਾ ਹੀ ਮੈਂ ਹਾਲਾਤ ਦਿਖਾਵਾਂਗਾ। ਠੇਕੇਦਾਰ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਬਈ ਜੀ ਤੁਸੀਂ ਈਓ ਸਾਹਿਬ ਨੂੰ ਤੁਸੀਂ ਸਾਡੀ ਸ਼ਿਕਾਇਤ ਕੀਤੀ ਹੈ, ਅਸੀਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਹਾਂ, ਅਸੀਂ ਕਿਸੇ ਕੋਲੋਂ ਕੋਈ ਕਮਿਸ਼ਨ ਨਹੀਂ ਖਾਣਾ, ਇਸ ਕਰਕੇ ਲੋਕਾਂ ਨੇ ਜੋ ਸਾਡੀ ਡਿਊਟੀ ਲਗਾਈ ਹੈ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਆਪਦੀ ਡਿਊਟੀ ਨੂੰ ਨਿਭਾ ਰਹੇ ਹਾਂ। ਜੇ ਪ੍ਰਧਾਨ ਜੀ ਇਹ ਕਹਿੰਦੇ ਕਿ ਲੋਕ ਪੱਖੀ ਧਰਨਾ ਵੀ ਮਾੜਾ ਨਹੀਂ ਹੁੰਦਾ, ਜੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ ਵੀ ਮਾੜਾ ਨਹੀਂ ਹੁੰਦਾ। ਮਾੜਾ ਉਹਨਾਂ ਲੋਕਾਂ ਵਾਸਤੇ ਜ਼ਰੂਰ ਧਰਨਾ ਹੁੰਦਾ ਹੈ ਜਿਨ੍ਹਾਂ ਲੋਕਾਂ ਨੇ ਏਸੀ ਰੂਮ ਦੇ ਵਿੱਚ ਬੈਠ ਕੇ ਇਹ ਸਾਰੇ ਮਸਲੇ ਹੱਲ ਕਰਨੇ ਹੈ। ਸਾਈਡ ਤੇ ਜਾ ਕੇ ਨੇ ਮੈਂ ਪ੍ਰਧਾਨ ਜੀ ਨਹੀਂ ਪੁੱਛਣਾ ਚਾਹਨਾ, ਜੇ ਤੁਸੀਂ ਆਏ ਹੁੰਦੇ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਇੰਟਰਲੋਕਿੰਗ ਪੇਵਰਸ ਗਲੀ ਰਜਿੰਦਰ ਆਰਓ ਟੀਚਰ ਕਲੋਨੀ ਦੀਆਂ 3 ਨੰਬਰ ਗਲੀਆਂ ਇਸੇ ਹੀ ਐਸਟੀਮੇਟ ਦੇ ਵਿੱਚ ਹੈ। ਗਲੀ ਡਾਕਟਰ ਸਤਨਾਮ ਸਿੰਘ ਆਰਓ ਵਾਲੀ ਗਲੀ ਤੇ ਇੱਕ ਗਲੀ ਹੋਰ ਆਪਣੇ ਟੀਚਰ ਡਾਕਟਰ ਤਮਨ ਵਾਲੀ ਗਲੀ। ਇਹਨਾਂ ਤਿੰਨਾਂ ਦੇ ਵਿੱਚ ਇੱਕ ਪੈਸੇ ਦਾ ਵੀ ਕੰਮ ਹੋਇਆ ਹੋਵੇ ਜਾਂ ਅਜੇ ਤੱਕ ਵੀ ਚਾਲੂ ਕੀਤੀ ਹੋਣ ਤਾਂ ਮੈਂ ਦੇਣੇਦਾਰ ਹਾਂ। ਪ੍ਰਧਾਨ ਜੀ ਨੇ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਵੀ 1 ਕਰੋੜ 45 ਲੱਖ ਦਾ ਕੰਮ ਇੱਕ ਨੰਬਰ 'ਚ ਅਸੀਂ ਕਰਵਾਤਾ, 80 ਲੱਖ ਦਾ ਕੰਪਲੀਟ ਹੋ ਗਿਆ ਹੈ, ਬਾਕੀ ਕੰਮ ਚੱਲ ਰਿਹਾ ਹੈ। ਤੇ ਫਿਰ ਇਹ ਗਲੀਆਂ ਵੀ ਉਸੇ ਦੇ ਵਿੱਚ ਹੀ ਹੈ। ਪ੍ਰਧਾਨ ਜੀ ਬਿਨਾਂ ਕਿਸੇ ਥਾਂ ਤੇ ਜਾ ਕੇ ਦੇਖੇ, ਬਿਨਾਂ ਅਸੀਂ ਨਾ ਦੇਖੀ ਹੁੰਦੀ ਗਲੀ, ਅਸੀਂ ਲੋਕਾਂ ਦੇ ਵਿੱਚ ਨਾ ਜਾਂਦੇ ਤਾਂ ਫਿਰ ਬੇਗਚੰਦ ਦੀ ਗਲੀ ਦਾ ਸਾਨੂੰ ਨਹੀਂ ਸੀ ਪਤਾ ਵੀ ਉਹ ਟੁੱਟੀ ਹੈ ਕਿ ਨਹੀਂ ਟੁੱਟੀ, ਕਿਉਂਕਿ ਤੁਸੀਂ ਉਹਨਾਂ ਦੇ ਬਿੱਲ ਪਾਸ ਹੋ ਸਕਦਾ ਕਰਤੇ ਹੋਣ। ਜੋ ਬਿੱਲ ਪਾਸ ਕੀਤੇ ਤੁਸੀਂ ਜੇ ਆ ਕੇ ਆਪ ਦੇਖਦੇ ਤੇ ਤੁਹਾਨੂੰ ਜ਼ਰੂਰ ਪਤਾ ਲੱਗ ਜਾਣਾ ਸੀ ਵੀ ਇਹ ਗਲੀ ਟੁੱਟੀ ਹੈ ਕਿ ਨਹੀਂ ਟੁੱਟੀ। ਇਸ ਕਰਕੇ ਉੱਥੇ ਬੈਠ ਕੇ ਬਿੱਲ ਪਾਸ ਕਰਨੇ, ਉੱਥੇ ਬੈਠ ਕੇ ਗਲੀਆਂ ਦਾ ਇਸ ਤਰ੍ਹਾਂ ਕਰਨਾ
ਤੇ ਮੈਂ ਸਮਝਦਾ ਵੀ ਫਾਜ਼ਿਲਕਾ ਦੇ ਲੋਕਾਂ ਦੇ ਨਾਲ ਇਹ ਧੜਾ ਧੜ ਧੋਖਾ ਹੈ। ਔਰ 15 ਕਰੋੜ ਦੇ ਵਿੱਚੋਂ ਜਿਹੜਾ ਬਹੁਤ ਸਾਰਾ ਪੈਸਾ ਹੈ ਉਹ ਲੌਕਿੰਗ ਟੇਲ ਤੇ ਜਿਹੜਾ ਖਰਚ ਕੀਤਾ ਜਾ ਰਿਹਾ ਹੈ। ਜਿਹੜੀਆਂ ਗਲੀਆਂ 15 ਦਿਨਾਂ ਦੇ ਵਿੱਚ ਹੀ ਟੁੱਟ ਰਹੀਆਂ ਹੈ ਤੇ ਮੈਂ ਸਮਝਦਾ ਵੀ ਉਹ ਜਿਹੜਾ ਫਿਰ 15 ਕਰੋੜ ਰੁਪਈਆ ਲਾਣਾ ਵੀ ਇਹਨਾਂ ਵੱਲੋਂ ਬੇਕਾਰ ਹੈ। ਔਰ ਉਹ ਗਲੀਆਂ ਵੀ ਇਹੀ ਹਾਲਾਤ ਰਿਹਾ ਕਿਉਂਕਿ ਸਾਡੇ ਵਾਰਡ 3 ਗਲੀਆਂ ਬਣੀਆਂ, ਮੈਂ ਤਿੰਨੇ ਦੀ ਤਿੰਨੇ ਗਲੀਆਂ ਦਿਖਾ ਦੇਣਾ। ਜੇ ਉਹਨਾਂ ਦੇ ਵਿੱਚ 80 ਲੱਖ ਰੁਪਈਆ ਲੱਗ ਗਿਆ ਤੇ ਫਿਰ ਧੰਨ ਫਿਰ ਇਹ ਪੈਸਾ ਭਾਈ ਕਿੱਥੇ ਕਿੱਥੇ ਲਾਇਆ ਇਹ ਤਾਂ ਪ੍ਰਧਾਨ ਜੀ ਨੂੰ ਪਤਾ ਹੈ। ਅਜੇ ਗਲੀ ਪ੍ਰਵੀਨ ਤੰਜੂ ਵਾਲੀ ਐਡਵੋਕੇਟ ਸਾਹਿਬ ਹੈਗੇ ਸਾਡੇ ਪ੍ਰਵੀਨ ਤੰਜੂ ਜੀ, ਉਹਨਾਂ ਦੀ ਗਲੀ ਦਾ ਵੀ ਵਿੱਚੇ ਕਹਿੰਦੇ 32-33 ਲੱਖ ਦਾ ਅਸੀਂ ਟੈਂਡਰ ਕਰਨੇ ਹੈ। ਪਰ ਮੇਰੇ ਵੀ ਪ੍ਰਧਾਨ ਜੀ ਨੂੰ ਮੈਂ ਇੱਕ ਗੱਲ ਬੇਨਤੀ ਕਰਦਾ ਕਿ ਬੱਚਾ ਜੰਮਣ ਤੋਂ ਪਹਿਲਾਂ ਵਧਾਈਆਂ ਨਾ ਦਿਆ ਕਰੋ ਕਿਉਂਕਿ ਅਜੇ ਤੱਕ ਤਾਂ ਕੋਈ ਸਟਾਰਟ ਹੀ ਨਹੀਂ ਕੀਤਾ, ਅਜੇ ਤੱਕ ਕੰਮ ਹੀ ਨਹੀਂ ਚਾਲੂ ਕੀਤੇ। ਜਿਹੜੀਆਂ ਗਲੀਆਂ ਮੈਂ ਆ 10 ਜਗ੍ਹਾ ਤੇ ਲਗਾਤਾਰ ਦਿਖਾ ਰਿਹਾ, ਲਗਭਗ ਮਸਾ 100-125 ਮੀਟਰ ਦੀ ਗਲੀ ਹੈ ਤੇ ਉਹਦੇ ਵਿੱਚ ਦਿਖਾ ਤੇ 10 ਥਾਵਾਂ ਤੋਂ ਟੁੱਟੀਆਂ। ਅੱਜ ਦੇ 15 ਦਿਨਾਂ ਬੜੀ ਨੂੰ ਹੋਏ ਕਮੇਟੀ ਦੇ ਬੰਦੇ ਨੂੰ ਐਡੇ ਖੱਡਿਆਂ 'ਚ ਭੇਜਣਾ ਬਿਨਾਂ ਸੀਮੈਂਟ ਤੋਂ, ਉਸੇ ਰੇਤੇ ਦੇ ਉੱਤੇ ਦੁਬਾਰਾ ਲਾਣੀਆਂ ਤੇ ਫਿਰ ਮੈਂ ਨਹੀਂ ਸਮਝਦਾ ਵੀ ਇਹ ਗਲੀਆਂ ਕੰਪਲੀਟ ਹੋ ਜਾਣਗੀਆਂ। ਇਸ ਕਰਕੇ ਮੈਂ ਪ੍ਰਧਾਨ ਜੀ ਨੂੰ ਵੀ ਇਸ ਗੱਲ ਦੀ ਬੇਨਤੀ ਕਰਦਾ ਕਿ ਇੱਕ ਗੱਲ ਉਹਨਾਂ ਨੇ ਹੋਰ ਕਹੀ ਸੀ ਕਿ ਪਾਰਟੀ ਦਾ ਗ੍ਰਾਫ ਬੜਾ ਡਾਊਨ ਹੋ ਗਿਆ ਹੈ। ਪ੍ਰਧਾਨ ਜੀ ਸਾਰੀ ਦੁਨੀਆ ਜਾਣਦੀ ਹੈ ਕਿ ਤੁਹਾਡੀ ਹੁਣ ਕਮੇਟੀ ਦਾ ਗ੍ਰਾਫ ਤੇ ਕਾਂਗਰਸ ਦਾ ਗ੍ਰਾਫ ਹੁਣ ਕਿੱਥੇ ਖੜਾ ਹੈ। ਸਾਨੂੰ ਦੱਸਣ ਦੀ ਲੋੜ ਨਹੀਂ, ਅਸੀਂ ਤੁਹਾਡੇ ਤਰ੍ਹਾਂ ਬੁਰਾ ਨਹੀਂ ਬਣਾਉਂਦੇ। ਤੁਸੀਂ ਇਹ ਵੀ ਗੱਲ ਕਹੀ ਵੀ ਇੱਕ ਗੰਦਾ MC ਅਸੀਂ ਬਣਾ ਬੈਠੇ, ਕੋਈ ਗੱਲ ਨਹੀਂ, ਸਾਨੂੰ ਜਿੰਨਾ ਮਰਜ਼ੀ ਗੰਦਾ ਕਹੋ ਪਰ ਸਾਡੀ ਡਿਊਟੀ ਬਣੀ ਹੈ ਲੋਕ ਹਿੱਤਾਂ ਦੇ ਵਿੱਚ ਖੜਨ ਦੀ, ਅਸੀਂ ਖੜਾਂਗੇ। ਅਸੀਂ 21 ਤਰੀਕ ਦੀ ਮੀਟਿੰਗ ਦੇ ਵਿੱਚ ਵੀ ਤੁਸੀਂ ਪੈਸੇ ਨਹੀਂ ਪਾਏ, ਸਾਡਾ ਡਿਊਟੀ ਬਣਦੀ ਸੀ ਵਾਰਡ ਨੰਬਰ 1 ਨੂੰ ਅੱਖੋਂ ਪਰੋਖੇ ਕੀਤਾ ਹੈ ਤੇ ਉਹਦੇ ਵਿੱਚ ਅਸੀਂ ਵਾਕਆਊਟ ਕੀਤਾ ਹੈ ਤੇ ਅਸੀਂ ਉਹ ਵੀ ਹਿੱਤੇ ਕੀਤਾ। ਤੁਸੀਂ ਇਹ ਵੀ ਕਮੈਂਟਸ ਪਾਏ ਵੀ ਇਹਨਾਂ ਨੂੰ ਧਰਨੇ ਲਾਉਣ ਦਾ ਸ਼ੌਂਕ ਹੈ, ਉਹ ਮੈਂ ਜਵਾਬ ਤੁਹਾਨੂੰ ਪਹਿਲਾਂ ਦੇਤਾ ਹੈ। ਜੇ ਲੋਕਾਂ 'ਚ ਧਰਨੇ ਲਾਣੇ ਪੈਣ ਤੇ ਫਿਰ ਉਹ ਸਾਡੀ ਮਜਬੂਰੀ ਵੀ ਹੈ, ਸਾਡੀ ਡਿਊਟੀ ਵੀ ਹੈ ਤੇ ਅਸੀਂ ਤੁਹਾਨੂੰ ਮਜਬੂਰ ਵੀ ਕਰਾਂਗੇ ਕਿ ਤੁਸੀਂ ਫਾਜ਼ਿਲਕਾ ਦੇ ਵਿੱਚ ਜਦੋਂ ਬਣਾਓਗੇ ਚੰਗੀਆਂ ਸੜਕਾਂ ਬਣਾਓਗੇ, ਨਹੀਂ ਤਾਂ ਭਜਨ ਲਾਲ ਹਰ ਤੇ ਵਾਰਡ ਨੰਬਰ 1 ਦੀ MC ਸੋਮਾ ਬਾਈ ਹਰ ਵਾਰਡ ਦੇ ਵਿੱਚ ਜਿੱਥੇ ਵੀ ਗਲੀਆਂ ਖਰਾਬ ਹੋਣਗੀਆਂ, ਜਿੱਥੇ ਵੀ ਤੁਸੀਂ ਸਹੀ ਗਲੀਆਂ ਨਾ ਬਣਾਓਗੇ ਉੱਥੇ ਅਸੀਂ ਪਹੁੰਚਾਂਗੇ। ਔਰ ਤੁਸੀਂ ਕਿਹਾ ਸੀ ਸਾਥੋਂ ਡਰਦੇ ਮਿਲਦੇ ਨਹੀਂ। ਪ੍ਰਧਾਨ ਜੀ 30 ਸਾਲ ਮੈਂ ਟ੍ਰੇਡ ਯੂਨੀਅਨ ਦੇ ਵਿੱਚ ਪ੍ਰੈਜ਼ੀਡੈਂਟ ਰਿਹਾ ਤੇ ਧਮਕੀਆਂ ਕਿਸੇ ਹੋਰ ਨੂੰ ਦਿਓ, ਇਹ ਧਮਕੀਆਂ ਤੋਂ ਕੋਈ ਅਸੀਂ ਡਰਨ ਵਾਲੇ ਨਹੀਂ। ਅੱਜ ਵੀ ਮੈਂ ਟ੍ਰੇਡ ਯੂਨੀਅਨ ਦੀ ਸੇਵਾ ਕਰ ਰਿਹਾ, ਮੈਂ ਅੱਜ ਵੀ ਟ੍ਰੇਡ ਯੂਨੀਅਨ ਦੇ ਵਿੱਚ ਪੈਨਸ਼ਨ ਐਸੋਸੀਏਸ਼ਨ ਦਾ ਡਿਵੀਜ਼ਨ ਦਾ ਸੀਨੀਅਰ ਮੀਤ ਪ੍ਰਧਾਨ ਹਾਂ। ਜੇ ਤੁਹਾਡੇ ਕਿਤੇ ਹੋਵੇ ਅਸੀਂ ਸਰਕਾਰਾਂ ਨਾਲ ਮੱਥੇ ਲਾਉਣ ਵਾਲੇ ਬੰਦੇ ਹਾਂ ਤੇ ਇਹ ਗੱਲ ਤੁਸੀਂ ਕਹਿ ਦਿਓ ਵੀ ਇਹ ਤਾਂ ਸਾਡੇ ਕੋਲ ਡਰਦੇ ਮਿਲਦੇ, ਤੁਹਾਡੇ ਤੇ ਸਾਨੂੰ ਵਿਸ਼ਵਾਸ ਨਹੀਂ ਸੀ ਜਿਸ ਕਰਕੇ ਅਸੀਂ ਤੁਹਾਨੂੰ ਮਿਲਣ ਨਹੀਂ ਜਾਂਦੇ ਸੀ। ਅਸੀਂ ਆ ਡਾਕ ਰਾਹੀਂ ਕੰਮ ਦੇਣਾ ਚਾਲੂ ਕਰਤਾ ਕਿਉਂਕਿ ਤੁਸੀਂ ਮੁੱਕਰ ਜਾਣਾ। ਅਸੀਂ ਇੱਕ ਸਮਾਧ ਇੱਕ ਸਾਡੇ ਬੁੱਤ ਲੱਗਿਆ ਸਰਦਾਰ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਦਾ, ਉਹਦੇ ਵਾਸਤੇ ਡਾਕਟਰ ਲੇਖਰਾਜ ਅਸੀਂ ਬਾਬਾ ਭੁੰਮਣ ਸ਼ਾਹ ਵੈਲਫੇਅਰ ਸੁਸਾਇਟੀ ਵੱਲੋਂ ਉਦੋਂ ਵੀ ਮਿਲੇ ਵੀ ਉਹਦੇ ਸੁਧਾਰ ਦੇ ਵਾਸਤੇ ਕੁਝ ਪੈਸਾ ਦੇ ਦਿਓ, ਤੁਸੀਂ ਮੰਨ ਵੀ ਲਿਆ। ਪਹਿਲਾਂ ਤਾਂ ਤੁਹਾਨੂੰ ਇਹ ਹੀ ਨਹੀਂ ਪਤਾ ਸੀ ਵੀ ਇਹ ਊਧਮ ਸਿੰਘ ਦਾ ਬੁੱਤ ਕਿੱਥੇ ਲੱਗਿਆ ਜੀ, ਇਹ ਵੀ ਨਹੀਂ ਸੀ ਪਤਾ ਪ੍ਰਧਾਨ ਜੀ ਤੁਹਾਨੂੰ। ਜਦੋਂ ਤੁਸੀਂ ਮੰਨ ਵੀ ਗਏ ਤੇ ਤੁਸੀਂ ਅੱਜ ਤੱਕ ਜਿੱਥੇ 15 ਕਰੋੜ ਰੁਪਏ ਪਾਏ ਹੈ, ਬੇਸ਼ੱਕ ਅੱਡੇ ਦਾ ਤੁਸੀਂ ਨਾਂ ਜਿਹੜਾ ਨਵਾਂ ਅੱਡਾ ਬਣਿਆ ਉਹਦਾ ਨਾਂ ਤੁਸੀਂ ਸ਼ਹੀਦ ਊਧਮ ਸਿੰਘ ਦੇ ਨਾਂ ਤੇ ਰੱਖਿਆ ਸੀ, ਤੁਹਾਡਾ ਉਹਦੀ ਗੱਲ ਤੇ ਵੈਲਕਮ ਹੀ ਕਰਦੇ ਹਾਂ। ਤੁਸੀਂ ਪਿਛਲੀ ਮੀਟਿੰਗ ਦੇ ਵਿੱਚ ਵੀ ਕਿਹਾ ਵੀ ਇੱਕ ਪਾਈਪ ਪਵਾਈ ਸੀ ਊਧਮ ਸਿੰਘ ਚੌਂਕ ਵਾਸਤੇ, ਅਸੀਂ ਜਾ ਕੇ ਕਹੀ ਸੀ ਤੇ ਮੈਂ ਇਹਨਾਂ ਦਾ ਥੈਂਕ ਯੂ ਕਰਕੇ ਆਇਆ ਸੀ। ਅਸੀਂ ਥੈਂਕ ਯੂ ਲੈਸ ਬੰਦੇ ਨਹੀਂ ਪਰ ਅਸੀਂ ਡਰਨ ਵਾਲੇ ਵੀ ਨਹੀਂ। ਤੁਸੀਂ ਇੱਕ ਗੱਲ ਤੇ ਤੁਸੀਂ ਵਾਰ-ਵਾਰ ਉਹ ਝੰਡੇ ਵਾਲੀ ਗੱਲ ਤੇ ਕਹਿੰਦੇ ਡਰ ਲਓ, ਮੈਂ ਉਹਨਾਂ ਗੱਲਾਂ ਤੋਂ ਨਾ ਡਰੇ ਆ ਨਾ ਡਰਨਾ ਹੈ। ਬਾਕੀ ਪਾਰਟੀ ਬਾਰੇ ਤੁਹਾਨੂੰ ਹੀ ਪਤਾ ਹੈ ਵੀ ਤੁਹਾਡੇ ਤਾਂ ਪ੍ਰਧਾਨ ਹੀ ਹੈ ਨਹੀਂ, ਸਿੱਧੂ ਸਾਹਿਬ ਹੀ ਹੈ ਨਹੀਂ, ਬਿਨਾਂ ਪ੍ਰਧਾਨ ਤੋਂ ਤੁਹਾਡੀ ਪੰਜਾਬ ਦੀ ਪਾਰਟੀ ਚੱਲ ਰਹੀ ਹੈ ਔਰ ਤੁਸੀਂ ਆਦੇ ਆਪ ਨੂੰ ਪਤਾ ਨਹੀਂ। ਠੀਕ ਹੈ ਅੱਜ ਤੁਹਾਡੀ ਕਮੇਟੀ ਦੇ ਵਿੱਚ ਬਹੁਮਤ ਹੈ ਪਰ ਘੱਟ ਗਿਣਤੀਆਂ ਨਾਲ ਇਹ ਜਿਹਾ ਵਿਹਾਰ ਕਰਨਾ ਤੁਹਾਡੇ ਵਾਸਤੇ ਚੰਗਾ ਨਹੀਂ। ਔਰ ਉਸ ਤੋਂ ਬਾਅਦ ਵੀ ਤੁਸੀਂ 21 ਤਰੀਕ ਦੀ ਮੀਟਿੰਗ ਦੇ ਵਿੱਚ ਵੀ ਸਾਨੂੰ ਜਦੋਂ ਕਿ MC ਅੰਦਰ ਜਾਂਦੇ ਹੈ ਆਪਦੀ ਪਾਰਟੀ ਦੇ ਤੁਸੀਂ MC ਜਿਹੜੇ ਉਹਨਾਂ ਦੇ ਪਤੀ ਹੈ ਜਾਂ ਹੋਰਾਂ ਨੂੰ ਅੰਦਰ ਬੁਲਾਇਆ, ਮੈਂ ਅੰਦਰ ਗਿਆ ਉੱਥੇ ਜਦੋਂ ਕੋਈ ਗੱਲ ਰੱਖੀ ਤੁਸੀਂ ਸਾਨੂੰ ਗੈਟ ਆਊਟ ਕਿਹਾ। ਪ੍ਰਧਾਨ ਜੀ ਉਹ ਕਿਸੇ ਦੇ ਪਿਓ ਦੀ ਜਗ੍ਹਾ ਨਹੀਂ, ਉਹ ਲੋਕਾਂ ਦੇ ਪੈਸੇ ਦੀ ਖਰੀਦੀ ਜਗ੍ਹਾ ਹੈ, ਉੱਥੇ ਲੋਕਾਂ ਦਾ ਪੈਸਾ ਹੈ ਔਰ ਤੁਸੀਂ ਐਡੇ ਵੱਡੇ ਉਹਦੇ ਤੇ ਬਹਿ ਕੇ ਤੁਸੀਂ ਸਾਨੂੰ ਕਹਿੰਦੇ ਜੇ ਮੈਂ ਮਾਨ ਸਨਮਾਨ ਦਿੰਦੇ ਆ, ਤੁਸੀਂ ਮੈਨੂੰ ਗੈਟ ਆਊਟ ਕਹਿ ਕੇ ਸਾਡਾ ਜਿਹੜਾ ਅਪਮਾਨ ਕੀਤਾ ਹੈ। ਕੋਈ ਗੱਲ ਨਹੀਂ, ਅੱਜ ਅਪਮਾਨ ਕਰ ਲਓ, ਵਕਤ ਬਦਲਦੇ ਰਹਿੰਦੇ ਹੈ, ਕੋਈ ਗੱਲ ਨਹੀਂ। ਸਾਨੂੰ ਤੁਸੀਂ ਜਿੰਨੀ ਵਾਰ ਮਾੜਾ ਮਰਜ਼ੀ ਕਹੋ ਪਰ ਪ੍ਰਧਾਨ ਜੀ ਜਿੰਨੀ ਵਾਰੀ ਹੋਰ ਗੈਟ ਆਊਟ ਕਹਿ ਲਓ ਪਰ ਲੋਕਾਂ ਦੀ ਸੇਵਾ ਤੋਂ ਨਾ ਅੱਜ ਭੱਜੇ ਆ ਨਾ ਅਸੀਂ ਕੱਲ ਭੱਜਾਂਗੇ ਔਰ ਲੋਕਾਂ ਦੇ ਹੱਕ ਦੇ ਵਿੱਚ ਅਸੀਂ ਡਟੇ ਰਹਾਂਗੇ। ਇੰਨਾ ਹੀ ਕਹਿੰਦਾ ਮੈਂ RB ਲਾਈਵ ਦਾ ਬਹੁਤ ਧੰਨਵਾਦ ਕਰਦਾ।
ਔਰ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੀ ਪ੍ਰਧਾਨ ਜੀ ਵੱਲੋਂ ਜਿਹੜੀਆਂ ਬਾਈਟ ਦਿੱਤੀ ਗਈ ਸੀ, ਆਪ ਦੀ ਇੰਟਰਵਿਊ ਦਿੱਤੀ ਗਈ ਸੀ, ਉਹ ਸਾਰੀ ਤੱਥਾਂ ਤੋਂ ਪਰੇ ਹੈ। ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਸੱਚਾਈ ਉਹ ਹੈ ਜਿਹੜੀ ਅਸੀਂ ਅੱਜ ਗਲੀ ਦੇ ਵਿੱਚ ਖਲੋ ਕੇ ਦਿਖਾ ਰਹੇ ਹਾਂ ਆਰਬੀ ਲਾਈਵ ਦੇ ਰਾਹੀਂ। ਆ ਸਾਰੀਆਂ ਟੁੱਟੀਆਂ ਗਲੀਆਂ ਦੇ ਖੱਡੇ ਤੇ ਟੈਲਾਂ ਬਾਹਰ ਨਿਕਲੇ, ਤੁਸੀਂ ਵੇਖ ਰਹੇ ਜੇ। ਸੱਚਾਈ ਇਹ ਹੈ। ਬਹੁਤ ਬਹੁਤ ਧੰਨਵਾਦ ਸ਼ਹਿਰ ਦੇ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਸੁਣਿਆ। ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਅਸੀਂ ਧੰਨਵਾਦੀ ਕਰਦੇ ਹਾਂ। ਔਰ ਜਿੰਨੀ ਦੇਰ ਤੱਕ ਸਾਡੇ ਖੂਨ ਦੇ ਵਿੱਚ ਜਾਨ ਰਹੀ, ਸਾਡੇ ਅੰਦਰ ਖੂਨ ਚੱਲਦਾ ਰਿਹਾ, ਉਨੀ ਦੇਰ ਤੱਕ ਸਮਾਜ ਦੀ ਸੇਵਾ ਤੋਂ ਅਸੀਂ ਪਾਸੇ ਨਹੀਂ ਹਟਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।